पाकिस्तान जेल ਦੇ ਵਿੱਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਕੌਂਸਲਰ ਐਕਸੈਸ ਮੁਹੱਈਆ ਕਰਵਾਇਆ ਗਿਆ ਹੈ। ਭਾਰਤ ਵੱਲੋਂ ਡਿਪਟੀ ਹਾਈ ਕਮਿਸ਼ਨਰ ਗੌਰਵ ਆਲੂਵਾਲੀਆ ਨੇ ਜਾਧਵ ਦੇ ਨਾਲ ਮੁਲਾਕਾਤ ਕੀਤੀ। ਭਾਰਤੀ ਬਿਆਨ 'ਚ ਕਿਹਾ ਗਿਆ ਕਿ ਜਿਸ ਸਮੇਂ ਇਹ ਮੁਲਾਕਾਤ ਹੋ ਰਹੀ ਸੀ ਉਸ ਸਮੇਂ ਕੁਲਭੂਸ਼ਣ ਜਾਧਵ ਭਾਰੀ ਦਬਾਅ 'ਚ ਨਜ਼ਰ ਆ ਰਿਹਾ ਸੀ। पाकिस्तान का कुलभूषण जाधव ते भारी दबाव है जो मुलाकात दौरान साफ नजर आया। पाकिस्तान वालों कौंसलर एक्सेस की आग्ञा दिते जाने बाद इस्लामाबाद में भारतीय डिप्टी हाई कमिश्नर गौरव आलूवालिया ने कुलभूषण जाधव नाल मुलाकात की। दोहां विचाले करीब 1 घंटे तक गलबात हुई। सोमवार दोपहर गौरव आलूवालिया ते कुलभूषण जाधव विचाले बैठक शुरू हुई सी। भारत ने कहा कि मुलाकात समय कुलभूषण जाधव भारी दबाव 'ਚ लग रहे सन। भारत ने भी कहा कि पाकिस्तान ने कुलभूषण ते दबाव पा के ही झूठ बुलवाया है। कुलभूषण जाधव के मामले 'ਚ इंटरनेशनल कोर्ट ऑफ जस्टिस वालों भारत के हक 'ਚ फैसला सुनाए जाने तो बाद भी पाकिस्तान अपन कार्रवाइयां तो गुरेज नहीं कर रहा। अंतरराष्ट्रीय दबाव हेठ पाकिस्तान ने भारतीय नागरिक कुलभूषण जाधव को कूटनीतिक पहुंच मुहैया करवाई सी। कुलभूषण जाधव नाल मुलाकात तो बाद विदेश मंत्रालय ने एक बयान जारी करदे कहा कि मुलाकात दौरान जाधव दबाव हेठ दिखाई दे रहे थे। उन्होंने कहा कि रिपोर्ट आने तो बाद अगे की कार्रवाई की जाएगी। पाकिस्तान वालों कुलभूषण जाधव ते झूठे दोषां नूं मनण लई दबाव बनाया जा रहा है। सरकार जाधव नूं छेती तो छेती न्याय दिलाउण अते उन्हां दी सुरक्षित भारत वापसी नूं लै के वचनबद्ध है। इस तो इलावा कहा गया कि भारतीय डिप्टी हाई कमिश्नर ने कुलभूषण तो जेल 'ਚ ਹੁੰਦੇ व्यवहार बारे पूछा। कुलभूषण ਦੀਆਂ ਮੁਸ਼ਕਲਾਂ ਮੰਗਾਂ ਤੇ ਅੱਗੇ ਦੀ ਰਣਨੀਤੀ ਬਾਰੇ ਚਰਚਾ ਹੋਈ। इस तो पहला साल 2017 में कुलभूषण जाधव नाल उन्हां दी पत्नी अते मां मुलाकात कर चुके ने। पाकिस्तान ने एतवार को कहा सी कि सोमवार को कुलभूषण जाधव नूं कौंसलर एक्सेस मुहैया करवाई जाएगी। इंटरनेशनल कोर्ट ऑफ जस्टिस के फैसले बाद ही यह संभव होया। इस तो पहला कई बार भारत जाधव तक कौंसलर एक्सेस देने लई पाकिस्तान को अपील कर चुके हैं, पर पाकिस्तान ने भारत को कोई हुंगारा नहीं सी भरिया। पर हुण अखीर कौमांतरी अदालत के फैसले बाद जाधव तक कौंसलर एक्सेस संभव होया। जासूसी के दोषां हेठ पाकिस्तान फौजी अदालत ने जाधव को फांसी की सज़ा सुनाई सी, पर इंटरनेशनल कोर्ट ऑफ जस्टिस ने कुलभूषण जाधव की फांसी ते रोक ला दी सी। इस तो इलावा कौमांतरी अदालत ने पाकिस्तान को कहा सी कि जाधव तक कौंसलर एक्सेस मुहैया करवाई। फिलहाल हुण समय एक ब्रेक दा ते ब्रेक तो बाद मुड़ होने जल्द हाजिर।
ਹੁਣ ਜਾਣ ਲੈਂਦੇ ਹਾਂ ਕੁਲਭੂਸ਼ਣ ਜਾਧਵ ਤੱਕ ਭਾਰਤੀ ਪਹੁੰਚ ਕਿਵੇਂ ਬਣੀ। ਕੁਲਭੂਸ਼ਣ ਜਾਧਵ ਤੇ ICJ ਦਾ ਕੀ ਸੀ ਫੈਸਲਾ, ਕਿਉਂਕਿ ਭਾਰਤ ਨੂੰ ਇੱਥੋਂ ਤੱਕ ਪਹੁੰਚਣ ਲਈ ਲੰਬੀ ਕਾਨੂੰਨੀ ਲੜਾਈ ਲੜਨੀ ਪਈ ਹੈ। ਕੁਲਭੂਸ਼ਣ ਜਾਧਵ ਨੂੰ ਬਚਾਉਣ ਲਈ ਭਾਰਤ ਨੇ ਲੰਬੀ ਲੜਾਈ ਲੜੀ ਹੈ। ਹਾਲਾਂਕਿ ਮਾਮਲਾ ਹਾਲੇ ਕਿਸੇ ਤਣ ਪੱਤਰ ਨਹੀਂ ਲੱਗਿਆ, ਪਰ ਭਾਰਤ ਹੁਣ ਤੱਕ ਕੁਲਭੂਸ਼ਣ ਜਾਧਵ ਨੂੰ ਫਾਂਸੀ ਦੇ ਤਖਤੇ ਤੋਂ ਬਚਾਉਣ 'ਚ ਕਾਮਯਾਬ ਰਿਹਾ ਹੈ। ਇਹ ਇੰਨਾ ਸੌਖਾ ਨਹੀਂ ਸੀ। ਕੁਲਭੂਸ਼ਣ ਜਾਧਵ ਨੂੰ ਕਾਉਂਸਲਰ ਐਕਸੈਸ ਮੁਹੱਈਆ ਕਰਵਾਉਣ ਲਈ ਭਾਰਤ ਨੇ ਬਹੁਤ ਪਾਪੜ ਵੇਲੇ। ਜਾਧਵ ਤੱਕ ਭਾਰਤੀ ਪਹੁੰਚ ਇੰਨੀ ਸੌਖੀ ਨਹੀਂ ਬਣੀ। 10 ਅਪ੍ਰੈਲ 2017 ਨੂੰ ਪਾਕਿਸਤਾਨ ਫੌਜੀ ਅਦਾਲਤ ਨੇ ਕੁਲਭੂਸ਼ਣ ਜਾਧਵ ਨੂੰ ਮੌਤ ਦੀ ਸਜ਼ਾ ਸੁਣਾਈ। 26 ਅਪ੍ਰੈਲ 2017 ਨੂੰ ਪਾਕਿਸਤਾਨ ਨੇ ਕਾਉਂਸਲਰ ਐਕਸੈਸ ਦੀ ਭਾਰਤੀ ਅਰਜ਼ੀ ਨੂੰ 16ਵੀਂ ਵਾਰ ਖਾਰਜ ਕੀਤਾ। ਮਈ 2017 ਨੂੰ ਭਾਰਤ ਨੇ UN 'ਚ ਕਿਹਾ ਕਿ ਵਿਆਨਾ ਸਮਝੌਤੇ ਦੀ ਪਾਕਿਸਤਾਨ ਨੇ ਉਲੰਘਣਾ ਕੀਤੀ ਹੈ। ਭਾਰਤ ਨੇ ਪਾਕਿਸਤਾਨ ਦੇ ਫੈਸਲੇ ਖਿਲਾਫ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਰੁਖ ਕੀਤਾ। ਮਈ 2017 ਨੂੰ ICJ ਨੇ ਜਾਧਵ ਦੀ ਮੌਤ ਦੀ ਸਜ਼ਾ ਤੇ ਸੁਣਵਾਈ ਪੂਰੀ ਹੋਣ ਤੱਕ ਰੋਕ ਲਗਾ ਦਿੱਤੀ। 17 ਜੁਲਾਈ ਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ 400 ਪੰਨਿਆਂ ਦਾ ਜਵਾਬ ICJ ਨੂੰ ਸੌਂਪਿਆ। 17 ਅਪ੍ਰੈਲ ਨੂੰ ਭਾਰਤ ਨੇ ਦੂਜੇ ਦੌਰ ਦਾ ਜਵਾਬ ICJ ਵਿੱਚ ਦਾਖਲ ਕੀਤਾ। ਕੁਲਭੂਸ਼ਣ ਜਾਧਵ ਮਾਮਲੇ 'ਚ ਨੀਦਰਲੈਂਡਸ ਦੀ ਹੇਗ ਸਥਿਤ ਕੌਮਾਂਤਰੀ ਅਦਾਲਤ ਨੇ ਫਾਂਸੀ ਤੇ ਰੋਕ ਜਾਰੀ ਰੱਖਣ ਦੇ ਹੁਕਮ ਦਿੱਤੇ। ਜਾਧਵ ਨੂੰ ਕਾਉਂਸਲਰ ਐਕਸੈਸ ਦੇਣ ਦੇ ਆਦੇਸ਼ ਦਿੱਤੇ ਗਏ। ਇਹ ਫੈਸਲਾ 17 ਜੁਲਾਈ 2019 ਨੂੰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਦਿੱਤਾ। ਪਾਕਿਸਤਾਨ ਜਾਧਵ ਨੂੰ ਕਾਉਂਸਲਰ ਐਕਸੈਸ ਮੁਹੱਈਆ ਕਰਵਾਈ। ਭਾਰਤ ਵੱਲੋਂ ਸਜ਼ਾ ਨੂੰ ਰੱਦ ਕਰਕੇ ਰਿਹਾ ਕਰਨ ਦੀ ਮੰਗ ਠੁਕਰਾਈ। 16 ਜੱਜਾਂ 'ਚੋਂ 15 ਨੇ ਪਾਕਿਸਤਾਨ ਦੇ ਇਸ ਵਿਰੋਧ ਨੂੰ ਖਾਰਜ ਕਰ ਦਿੱਤਾ। ਕਾਨੂੰਨੀ ਸਹਾਇਤਾ ਨਾ ਦੇ ਕੇ ਪਾਕਿਸਤਾਨ ਨੇ ਵਿਆਨਾ ਕਨਵੈਨਸ਼ਨ ਦਾ ਉਲੰਘਣ ਕੀਤਾ ਹੈ। ਪਾਕਿਸਤਾਨ ਮੌਤ ਦੀ ਸਜ਼ਾ ਤੇ ਮੁੜ ਤੋਂ ਵਿਚਾਰ ਅਤੇ ਸਜ਼ਾ ਦੀ ਸਮੀਖਿਆ ਕਰੇ। ਹਾਲਾਂਕਿ ਭਾਰਤ ਦੀਆਂ ਜ਼ਿਆਦਾਤਰ ਗੱਲਾਂ ਨਾਲ ਹੇਗ ਦੀ ਕੌਮਾਂਤਰੀ ਅਦਾਲਤ ਨੇ ਸਹਿਮਤੀ ਜਤਾਈ, ਪਰ ਭਾਰਤੀ ਮੰਗ ਦੇ ਮੁਤਾਬਕ ਜਾਧਵ ਦੀ ਸਜ਼ਾ ਨੂੰ ਨਾ ਤਾਂ ਅਦਾਲਤ ਨੇ ਰੱਦ ਕੀਤਾ ਅਤੇ ਨਾ ਹੀ ਰਿਹਾ ਕਰਨ ਦਾ ਹੁਕਮ ਦਿੱਤਾ। ਇਸ ਸਭ ਦੇ ਬਾਵਜੂਦ ਫਾਂਸੀ ਦੀ ਸਜ਼ਾ ਤੇ ਰੋਕ ਅਤੇ ਕਾਉਂਸਲਰ ਐਕਸੈਸ ਨੂੰ ਭਾਰਤ ਦੀ ਜਿੱਤ ਦੇ ਤੌਰ ਤੇ ਦੇਖਿਆ ਗਿਆ। ਪਾਕਿਸਤਾਨ ਨੇ ਇਸ ਮਾਮਲੇ 'ਚ ਵਿਆਨਾ ਸਮਝੌਤੇ ਦੀ ਉਲੰਘਣਾ ਕੀਤੀ। ਪਾਕਿਸਤਾਨ ਨੂੰ ਚਾਹੀਦਾ ਸੀ ਕਿ ਜਾਧਵ ਦੀ ਗ੍ਰਿਫਤਾਰੀ ਤੋਂ ਪਹਿਲਾਂ ਅਤੇ ਗ੍ਰਿਫਤਾਰੀ ਤੋਂ ਤੁਰੰਤ ਬਾਅਦ ਕਾਉਂਸਲਰ ਅਧਿਕਾਰੀ ਨੂੰ ਇਸ ਦੀ ਸੂਚਨਾ ਦਿੱਤੀ ਜਾਂਦੀ। ਭਾਰਤੀ ਅਧਿਕਾਰੀਆਂ ਨੂੰ ਜਾਧਵ ਨਾਲ ਮਿਲ ਨਹੀਂ ਦਿੱਤਾ ਗਿਆ, ਜਿਸ ਕਾਰਨ ਜਾਧਵ ਆਪਣਾ ਪੱਖ ਸਾਹਮਣੇ ਨਹੀਂ ਰੱਖ ਸਕੇ। ਜਾਧਵ ਨੂੰ ਪਾਕਿਸਤਾਨ ਨੇ 3 ਮਾਰਚ 2016 ਨੂੰ ਗ੍ਰਿਫਤਾਰ ਤੇ ਭਾਰਤ ਨੂੰ ਇਸ ਦੀ ਜਾਣਕਾਰੀ 25 ਮਾਰਚ 2016 ਨੂੰ ਦਿੱਤੀ। ਵਿਆਨਾ ਸਮਝੌਤੇ ਮੁਤਾਬਕ ਗ੍ਰਿਫਤਾਰੀ ਦੀ ਸੂਚਨਾ ਤੁਰੰਤ ਭਾਰਤ ਨੂੰ ਦੇਣੀ ਬਣਦੀ ਸੀ। ਜਾਧਵ ਨੂੰ ਪਾਕਿਸਤਾਨ ਨੇ ਈਰਾਨ ਤੋਂ ਕਿਡਨੈਪ ਕੀਤਾ, ਜੋ ਵਪਾਰ ਦੇ ਸਬੰਧ 'ਚ ਵਿਦੇਸ਼ ਗਿਆ ਹੋਇਆ ਸੀ। ਪਾਕਿਸਤਾਨ ਨੇ ਭਾਰਤ ਨੂੰ ਇਹ ਵੀ ਨਹੀਂ ਦੱਸਿਆ ਕਿ ਜਾਧਵ ਨੇ ਕਿਸੇ ਤਰ੍ਹਾਂ ਦੀ ਕੋਈ ਅਪੀਲ ਕੋਰਟ 'ਚ ਕੀਤੀ ਸੀ ਜਾਂ ਨਹੀਂ। ਇੱਕ ਵਿਦੇਸ਼ੀ ਨਾਗਰਿਕ ਤੇ ਫੌਜੀ ਅਦਾਲਤ 'ਚ ਮਾਮਲਾ ਚਲਾਉਣਾ ਆਪਣੇ ਆਪ 'ਚ ICCPR ਦੀ ਉਲੰਘਣਾ ਕਰਨਾ ਹੈ। ਪਾਕਿਸਤਾਨ ਨੇ ਅੰਤਰਰਾਸ਼ਟਰੀ ਕਾਨੂੰਨ ਦਾ ਮਜ਼ਾਕ ਉਡਾਇਆ ਹੈ। ਉਧਰ ਪਾਕਿਸਤਾਨ ਨੇ ਅੰਤਰਰਾਸ਼ਟਰੀ ਅਦਾਲਤ 'ਚ ਇਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਸੀ, ਕੁਲਭੂਸ਼ਣ ਜਾਧਵ ਬਿਜ਼ਨਸਮੈਨ ਨੇ, ਬਲਕਿ ਇੱਕ ਜਾਸੂਸ ਹੈ। ਪਾਕਿਸਤਾਨ ਦਾ ਦਾਅਵਾ ਹੈ ਕਿ ਜਾਧਵ ਨੂੰ 3 ਮਾਰਚ 2016 ਨੂੰ ਬਲੋਚਿਸਤਾਨ ਤੋਂ ਗ੍ਰਿਫਤਾਰ ਕੀਤਾ ਗਿਆ। ਕੁਲਭੂਸ਼ਣ ਜਾਧਵ ਈਰਾਨ ਰਾਹੀਂ ਪਾਕਿਸਤਾਨ 'ਚ ਦਾਖਲ ਹੋਇਆ ਸੀ। ਜਾਧਵ ਦਾ ਮਕਸਦ ਸੀ ਭਾਰਤ ਲਈ ਜਾਸੂਸੀ ਕਰਨਾ। ਪਾਕਿਸਤਾਨ ਮੁਤਾਬਕ ਭਾਰਤ ਆਪਣੇ ਜਾਸੂਸ ਜਾਧਵ ਤੋਂ ਸਾਡੀ ਖੁਫੀਆ ਜਾਣਕਾਰੀ ਕਢਵਾਉਣਾ ਚਾਹੁੰਦਾ ਸੀ। ਪਾਕਿਸਤਾਨ ਮੁਤਾਬਕ ਜਾਸੂਸੀ ਤੇ ਸੁਰੱਖਿਆ ਨਾਲ ਮਾਮਲਾ ਜੁੜਿਆ ਹੋਇਆ ਸੀ। ਇਸ ਲਈ ਮੁਲਜ਼ਮ ਨੂੰ ਕਾਉਂਸਲਰ ਐਕਸੈਸ ਦੀ ਸੁਵਿਧਾ ਨਹੀਂ ਦਿੱਤੀ ਜਾ ਸਕਦੀ। ਪਾਕਿਸਤਾਨ ਨੇ ਕਿਹਾ ਸੀ ਕਿ ਮਾਮਲਾ ਦੇਸ਼ ਸੁਰੱਖਿਆ ਤੇ ਅੱਤਵਾਦ ਦੇ ਮੁੱਦੇ ਨਾਲ ਜੁੜਿਆ ਹੋਇਆ ਹੈ। ਇਹ 'ਚ ਅੰਤਰਰਾਸ਼ਟਰੀ ਕੋਰਟ ਦਾ ਦਖਲ ਨਹੀਂ ਬਣਦਾ। The court declared that the sentence handed down by Pakistan's military court is violative of international law and the provisions of the Vienna Convention. The court recalls that its jurisdiction has its basis in Article 1 of the optional protocol. This jurisdiction is limited to the interpretation or application of the Vienna Convention and does not extend
to India's claims based on any other rules of international law. India refers to Article 14 of the International Covenant on Civil and Political Rights to support its requests for remedies. In accordance with the rule reflected in Article 31, paragraph 3c of the Vienna Convention on the Law of Treaties, the Covenant may be taken into account together with the context for the interpretation of the Vienna Convention on Consular Relations. The Court notes, however, that the remedy to be ordered in this case has the purpose of providing reparation only for the injury caused by the internationally wrongful act of Pakistan that falls within the Court's jurisdiction, namely its breach of obligations under Article 36 of the Vienna Convention on Consular Relations and not of the Covenant. ਇਸ ਤੋਂ ਪਹਿਲਾਂ ਜਦੋਂ ਪਾਕਿਸਤਾਨ ਨੇ ਜਾਦਵ ਨੂੰ ਮੌਤ ਦੀ ਸਜ਼ਾ ਸੁਣਾਈ ਸੀ ਤਾਂ ਇਸ ਮੁੱਦੇ ਤੇ ਉਸ ਸਮੇਂ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੰਸਦ 'ਚ ਬਿਆਨ ਦਿੰਦਿਆਂ ਕੁਲਭੂਸ਼ਣ ਜਾਦਵ ਨੂੰ ਬਚਾਉਣ ਦਾ ਅਹਿਦ ਲਿਆ ਸੀ। केस में इसको बचाने के लिए जो भी करना पड़ेगा आउट ऑफ द वे जाके हम लोग करेंगे। और मैं आपको ये बता दूं, जिस दिन से ये घटना घटी है तब से लेकर लगातार मैं उनके लोगों के संपर्क में हूं, उनके माता पिता के संपर्क में हूं। 3 बार उन्हें यहाँ मिल चुकी हूं, कम से कम 6 बार उनसे फोन पे बात कर चुकी हूं। और अभी इस घटना से पहले कोई संयोग था, पिछले मंगलवार दिन, सोमवार और मंगलवार दोनों दिन मैं उनसे यहाँ मिली हूँ। इसलिए हम लोग बिल्कुल संपर्क में हैं। ये विषय पूरे, अब वो केवल अपने माता पिता का बेटा नहीं है, वो पूरे हिंदुस्तान का बेटा है। और हिंदुस्तान के इस बेटे को बचाने के लिए सुप्रीम कोर्ट की अपील या अच्छा वकील खड़ा करना तो बहुत छोटी बात है भाईजान। हम लोग प्रेसिडेंट तक भी जो बात करनी वो भी करेंगे और किसी न किसी तरह से इस जादव को बचाने का काम। ਭਾਰਤ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ। ਜਾਦਵ ਦੀ ਪਤਨੀ ਅਤੇ ਮਾਂ ਕੁਲਭੂਸ਼ਣ ਜਾਦਵ ਨੂੰ ਪਾਕਿਸਤਾਨ ਵਿੱਚ ਮਿਲੇ, ਪਰ ਇਸ ਵਿੱਚ ਵੱਡਾ ਵਿਵਾਦ ਪੈਦਾ ਹੋ ਗਿਆ। ਪਾਕਿਸਤਾਨ ਤੇ ਇਲਜ਼ਾਮ ਲੱਗੇ ਜਾਦਵ ਦੇ ਪਰਿਵਾਰ ਨਾਲ ਚੰਗਾ ਵਤੀਰਾ ਨਾ ਅਪਣਾਉਣ ਦੇ। मुलाकात से उपजी आपत्तियों को हमने राजनयिक माध्यमों के जरिए पाकिस्तान को भी बता दिया है। उनमें से कुछ का उल्लेख मैं सदन में करना चाहूंगी। सबसे पहला, सभापति जी, हमारे बीच ये स्पष्ट समझौता था कि मीडिया को श्री जादव की मां और पत्नी के नजदीक आने की अनुमति नहीं दी जाएगी, लेकिन पाकिस्तानी प्रेस को न केवल परिवार के समीप आने का मौका दिया गया, बल्कि उन्हें तरह तरह के अपशब्दों से संबोधित करके परेशान किया गया, ताने उलाहने दिए गए, उन पर झूठे आरोप लगाए गए और उनके सामने श्री जादव को जबरन आरोपी सिद्ध करने का प्रयास किया गया। दूसरा, सुरक्षा के नाम पर परिवार के सदस्यों के कपड़े तक बदलवा दिए गए और पहनने के लिए अपनी ओर से वस्त्र दिए गए। श्री जादव की मां जो केवल साड़ी पहनती हैं, उन्हें साड़ी के बजाय सलवार कुर्ता पहनने पर मजबूर किया गया। उनकी पत्नी की बिंदी, चूड़ियां और मंगलसूत्र भी उतरवा दिए गए। यहाँ सुधार करना चाहती हूँ, केवल पत्नी की नहीं, उनकी माँ के भी चूड़ी, बिंदी और मंगलसूत्र उतरवा दिया गया। और यहाँ सदन में मुझसे कोई गलत बयानी न हो जाए, इसलिए आज सुबह मैंने उनकी माँ से दोबारा बात की और पूछा कि क्या आपकी भी बिंदी, चूड़ी, मंगलसूत्र उतरवाया था? तो उन्होंने भरे गले से कहा कि जिस समय वो मंगलसूत्र उतरवा रही थी तो मैं ये कह रही थी ये मेरा सुहाग का चिन्ह है, इसे रहने दे, मैंने कभी नहीं उतारा। तो उसने ये कहा जी मेरी तो मजबूरी है, मुझे तो ऑर्डर है, ऑर्डर का पालन करना है। और उसके बाद जो उन्होंने मुझे कहा कि बैठते ही कुलभूषण ने मुझसे कहा बाबा कैसे हैं, क्योंकि मेरे माथे पे बिंदी और मेरे गले में मंगलसूत्र ना होने के कारण उसे ये शक हो गया कि शायद उसके पीछे से कोई अशुभ घट गया। और ये कहते कहते उनका गला भर आया। दोनों की, मतलब दोनों सुहागिनों को विधवा के रूप में पति और बेटे के सामने पेश किया। बेअदबी की इससे बड़ी इंतहा पाकिस्तान नहीं कर सकता।
सभापति जी, श्री जाधव की मां अपने बेटे से मराठी में बात करना चाहती थी, क्योंकि स्वाभाविक रूप से मां और बेटे के लिए अपनी मातृभाषा में ही बात करना सुविधाजनक होता है, किंतु श्री जाधव की मां को मराठी में बातचीत करने की इजाजत नहीं दी गई। मीटिंग में साथ बैठी दो पाकिस्तानी अधिकारियों द्वारा लगातार उन्हें रोका गया और जब वो अपनी बात पर डटी रही तो उनका इंटरकॉम बंद कर दिया गया ताकि वो आगे बातचीत ना कर सके। ਇਹ ਲੰਬਾ ਪੈਂਡਾ ਸੀ ਜਿਸ ਨੂੰ ਤੈਅ ਕਰਕੇ ਭਾਰਤ ਕੁਲਭੂਸ਼ਣ ਜਾਧਵ ਤੱਕ ਪਹੁੰਚ ਬਣਾ ਸਕਿਆ। ਹਾਲੇ ਲੜਾਈ ਖਤਮ ਨਹੀਂ ਹੋਈ ਕਿਉਂਕਿ ਭਾਰਤ ਦਾ ਮਕਸਦ ਕੁਲਭੂਸ਼ਣ ਜਾਧਵ ਨੂੰ ਸਹੀ ਸਲਾਮਤ ਵਾਪਸ ਲਿਆਉਣਾ ਹੈ। ਹੁਣ ਰੁਕਦੇ ਇੱਕ ਹੋਰ ਛੋਟੇ ਜਿਹੇ ਬ੍ਰੇਕ ਲਈ। आखिर कौन ने कुलभूषण जाधव, कदों किवें ते कित्थे कुलभूषण जाधव की गिरफ्तारी हुई, दस रही है रिपोर्ट। ਭਾਰਤ ਅਤੇ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਦੋਵਾਂ ਦੇਸ਼ਾਂ ਦੇ ਸੈਂਕੜੇ ਕੈਦੀ ਸੜ ਰਹੇ ਨੇ। ਕਈਆਂ ਦੀ ਰਿਹਾਈ ਹੋ ਚੁੱਕੀ ਹੈ ਤੇ ਕਈ ਹਾਲੇ ਵੀ ਦਿਨ ਗਿਣ ਰਹੇ ਨੇ ਅਤੇ ਕਈ ਉਮੀਦ ਵੀ ਹਾਰ ਚੁੱਕੇ ਨੇ। ਇਹਨਾਂ ਕੈਦੀਆਂ ਚੋਂ ਇੱਕ ਕੈਦੀ ਕੁਲਭੂਸ਼ਣ ਜਾਧਵ ਹੈ ਜੋ ਪਾਕਿਸਤਾਨ 'ਚ ਬੰਦ ਹੈ। ਪਾਕਿਸਤਾਨ ਨੇ ਕੁਲਭੂਸ਼ਣ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ, ਪਰ ਆਈਸੀਜੇ ਵਿੱਚ ਮਾਮਲੇ ਦੀ ਜਾਂਚ ਤੋਂ ਬਾਅਦ ਫਾਂਸੀ ਤੇ ਰੋਕ ਲੱਗੀ ਹੋਈ ਹੈ। ਕੁਲਭੂਸ਼ਣ ਜਾਧਵ ਭਾਰਤੀ ਜਲ ਸੈਨਾ ਦੇ ਰਿਟਾਇਰਡ ਅਧਿਕਾਰੀ ਨੇ। ਜਾਧਵ ਦਾ 16 ਅਪ੍ਰੈਲ 1970 ਨੂੰ ਜਨਮ ਹੋਇਆ। ਕੁਲਭੂਸ਼ਣ ਜਾਧਵ ਮਹਾਰਾਸ਼ਟਰ ਦੇ ਰਹਿਣ ਵਾਲੇ ਨੇ। ਜਾਧਵ ਦੇ ਪਿਤਾ ਰਿਟਾਇਰਡ ਮੁੰਬਈ ਪੁਲਿਸ ਅਧਿਕਾਰੀ ਨੇ। ਕੁਲਭੂਸ਼ਣ ਜਾਧਵ ਸ਼ਾਦੀशुदा ਨੇ ਅਤੇ ਉਹਨਾਂ ਦੇ ਬੱਚੇ ਵੀ ਨੇ। ਕੁਲਭੂਸ਼ਣ ਜਾਧਵ ਦੇ ਕੰਮਕਾਰ ਅਤੇ ਗ੍ਰਿਫਤਾਰੀ ਨੂੰ ਲੈ ਕੇ ਭਾਰਤ ਪਾਕਿਸਤਾਨ ਦੇ ਦਾਅਵੇ ਵੱਖ-ਵੱਖ ਰਹੇ ਨੇ। ਜੋ ਦਾਅਵੇ ਕੁਲਭੂਸ਼ਣ ਬਾਰੇ ਪਾਕਿਸਤਾਨ ਕਰਦਾ ਹੈ, ਭਾਰਤ ਸ਼ੁਰੂ ਤੋਂ ਉਹਨਾਂ ਦਾਅਵਿਆਂ ਨੂੰ ਨਕਾਰਦਾ ਆਇਆ ਹੈ। ਇਹਨਾਂ ਇਲਜ਼ਾਮ ਤਰਾਸ਼ੀਆਂ ਵਿੱਚ ਜਾਣ ਲੈਂਦੇ ਆ ਕਿ ਕਿਹੜਾ ਦੇਸ਼ ਕੁਲਭੂਸ਼ਣ ਦੀ ਗ੍ਰਿਫਤਾਰੀ ਅਤੇ ਉਸ ਦੇ ਕੰਮਕਾਰ ਬਾਰੇ ਕੀ ਦਾਅਵਾ ਕਰਦਾ ਹੈ। ਭਾਰਤ ਪਾਕਿਸਤਾਨ ਦੇ ਦਾਅਵੇ ਮੁਤਾਬਕ ਕਦੋਂ, ਕਿਵੇਂ ਅਤੇ ਕਿੱਥੇ ਹੋਈ ਕੁਲਭੂਸ਼ਣ ਜਾਧਵ ਦੀ ਗ੍ਰਿਫਤਾਰੀ, ਕੀ ਸੀ ਯਾਦਵ ਦਾ ਪੇਸ਼ਾ। ਕੁਲਭੂਸ਼ਣ ਜਾਧਵ ਨੂੰ ਪਾਕਿਸਤਾਨ ਨੇ 3 ਮਾਰਚ 2016 ਨੂੰ ਹਿਰਾਸਤ ਵਿੱਚ ਲਿਆ। ਪਾਕਿਸਤਾਨ ਮੁਤਾਬਕ ਜਾਧਵ ਨੇ ਗੈਰ ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕੀਤੀ। ਪਾਕਿਸਤਾਨ ਨੇ ਕਿਹਾ ਕਿ ਭਾਰਤ ਨੇ ਜਾਧਵ ਨੂੰ ਜਾਸੂਸੀ ਲਈ ਭੇਜਿਆ ਸੀ। ਭਾਰਤ ਨੇ ਪਾਕਿਸਤਾਨ ਦੇ ਇਹਨਾਂ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ। ਭਾਰਤ ਮੁਤਾਬਕ ਜਾਧਵ ਨੂੰ ਈਰਾਨ ਤੋਂ ਅਗਵਾ ਕੀਤਾ ਗਿਆ ਸੀ। ਭਾਰਤੀ ਨੇਵੀ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਉਹ ਈਰਾਨ ਵਿੱਚ ਵਪਾਰ ਕਰ ਰਿਹਾ ਸੀ, ਪਰ ਪਾਕਿਸਤਾਨ ਦਾ ਦਾਅਵਾ ਹੈ ਕਿ ਜਾਧਵ ਨੂੰ ਬਲੋਚਿਸਤਾਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਪਾਕਿਸਤਾਨ ਦੀ ਫੌਜੀ ਅਦਾਲਤ ਨੇ ਕੁਲਭੂਸ਼ਣ ਜਾਧਵ ਨੂੰ ਫਾਂਸੀ ਦੀ ਸਜ਼ਾ ਸੁਣਾਈ। ਭਾਰਤ ਨੇ ਪਾਕਿਸਤਾਨ ਦੇ ਇਸ ਫੈਸਲੇ ਖਿਲਾਫ ਆਈਸੀਜੇ ਦਾ ਰੁਖ ਕੀਤਾ। ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਜਾਧਵ ਦੀ ਫਾਂਸੀ ਤੇ ਰੋਕ ਲਾ ਦਿੱਤੀ। ਕੌਮਾਂਤਰੀ ਕੋਰਟ ਨੇ ਕੁਲਭੂਸ਼ਣ ਜਾਧਵ ਨੂੰ ਕਾਉਂਸਲਰ ਐਕਸੈਸ ਦੇਣ ਦੇ ਵੀ ਹੁਕਮ ਜਾਰੀ ਕੀਤੇ। ਪਾਕਿਸਤਾਨ ਨੂੰ ਸਾਫ਼ ਕਿਹਾ ਕਿ ਉਹ ਕਾਉਂਸਲਰ ਐਕਸੈਸ 'ਚ ਅੜਿੱਕਾ ਨਹੀਂ ਪਾਏਗਾ, ਜਿਸ ਤਹਿਤ ਹੀ 2 ਸਤੰਬਰ ਨੂੰ ਕਾਉਂਸਲਰ ਐਕਸੈਸ ਦਿੱਤਾ ਗਿਆ। ਅਜਿਹੇ 'ਚ ਲੋੜ ਹੈ ਦੋਵਾਂ ਦੇਸ਼ਾਂ ਨੂੰ ਮਨੁੱਖੀ ਅਧਿਕਾਰਾਂ ਦੇ ਨਜ਼ਰੀਏ ਤੋਂ ਵੇਖਦਿਆਂ ਉਹਨਾਂ ਦੇ ਮਨੁੱਖੀ ਹੱਕਾਂ ਦਾ ਸਨਮਾਨ ਕਰਨ ਦੀ, ਕਿਉਂਕਿ ਅਜਿਹੀਆਂ ਪਹਿਲ ਕਦਮੀਆਂ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਇੱਕ ਨਵੀਂ ਇਬਾਰਤ ਲਿਖ ਸਕਦੀਆਂ ਨੇ। ਫਿਲਹਾਲ ਇਹਨਾਂ ਹੀ ਦੇਸ਼ ਦੁਨੀਆ ਦੀਆਂ तमाम ਖਬਰਾਂ ਵੇਖਣ ਲਈ ਤੁਸੀਂ ਵੇਖਦੇ ਰਹੋ ABP ਸਾਂਝਾ।